Respected teachers and dear students, good morning to all. Thanks everybody for continue watching and commenting on my YouTube channel. Students, we have discussed definition of sentence, phrase, clause in the last video, and we have also discussed the type of sentences like simple sentences, compound sentences, complex sentences. In this video, we will discuss type of subordinate clause. In complex sentence, we divide sentence into two types: principal clause and subordinate clause. Now, under subordinate clause, there are three types: noun clause, adjective clause, adverb clause. प्यारे बच्चों, जिस तरीके ਨਾਲ ਅਸੀਂ ਸਭ ਤੋਂ ਪਹਿਲੀ ਵੀਡੀਓ ਵਿੱਚ ਵਾਕ ਦੀ ਪਰਿਭਾਸ਼ਾ, ਉਪਵਾਕ ਦੀ ਪਰਿਭਾਸ਼ਾ ਔਰ ਵਾਕੰਸ਼ ਦੀ ਪਰਿਭਾਸ਼ਾ ਪੜ੍ਹ ਚੁੱਕੇ ਸੀ। ਉਸ ਤੋਂ ਬਾਅਦ ਵਾਲੀ ਵੀਡੀਓ ਵਿੱਚ ਅਸੀਂ ਕੀ ਕੀਤਾ, ਜੋ ਵਾਕ ਦੀਆਂ ਕਿਸਮਾਂ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ ਅਸੀਂ ਡਿਸਕਸ ਕੀਤੀਆਂ। ਅੱਜ ਜੋ ਅਸੀਂ ਕਰਨ ਜਾ ਰਹੇ ਹਾਂ, ਮਿਸ਼ਰਤ ਵਾਕਾਂ ਵਿੱਚ ਜੋ ਇੱਕ ਮੁੱਖ ਵਾਕ ਹੁੰਦਾ, ਇੱਕ ਅਧੀਨ ਵਾਕ ਹੁੰਦਾ, ਇੱਕ ਪ੍ਰਿੰਸੀਪਲ ਕਲਾਜ਼ ਹੁੰਦੀ ਹੈ, ਇੱਕ ਸਬੋਰਡੀਨੇਟ ਕਲਾਜ਼ ਹੁੰਦੀ ਆ। ਜੋ ਸਬੋਰਡੀਨੇਟ ਕਲਾਜ਼ ਹੁੰਦੀ ਆ, ਅਧੀਨ ਵਾਕ ਹੁੰਦੇ ਆ, ਇਸ ਦੀਆਂ ਵੀ ਅੱਗੇ 3 ਟਾਈਪਸ ਹੁੰਦੀਆਂ ਨੇ: ਨਾਊਨ ਕਲਾਜ਼, ਐਡਜੈਕਟਿਵ ਕਲਾਜ਼, ਐਡਵਰਬ ਕਲਾਜ਼। ਸੋ ਅੱਜ ਅਸੀਂ ਇਹ ਡਿਸਕਸ ਕਰਾਂਗੇ। ਔਰ ਲਾਸਟ ਆਈ ਵਿਲ ਰਿਕੁਐਸਟ ਯੂ, please share and subscribe my YouTube channel if you like my efforts. So now look at the blackboard. Today we will discuss types of subordinate clause. ਅੱਜ ਇਹ ਸਿੱਖਾਂਗੇ ਪਹਿਲੇ ਬੱਚੋ, ਜੋ subordinate clause ਹੁੰਦੀ ਆ ਉਹਦੇ 3 ਟਾਈਪਸ ਹੁੰਦੀਆਂ ਨੇ: ਨਾਊਨ ਕਲਾਜ਼, ਐਡਜੈਕਟਿਵ ਕਲਾਜ਼, ਐਡਵਰਬ ਕਲਾਜ਼। ਬਟ ਮੈਂ ਇੱਕ ਰਿਕੁਐਸਟ ਕਰਾਂਗਾ ਬੱਚਿਆਂ ਨੂੰ ਕਿ ਮੇਰੀ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ, ਜੋ ਮੈਂ ਇਸ ਤੋਂ ਪਹਿਲਾਂ ਲਾਸਟ 2 ਵੀਡੀਓਜ਼ ਅਪਲੋਡ ਕੀਤੀਆਂ ਨੇ, ਜਿਸ ਵਿੱਚ ਅਸੀਂ ਸੈਂਟੈਂਸ ਦੀ ਡੈਫੀਨੇਸ਼ਨ, ਕਲੌਜ਼ ਦੀ ਡੈਫੀਨੇਸ਼ਨ, ਫਰੇਜ਼ ਦੀ ਡੈਫੀਨੇਸ਼ਨ ਕਰ ਚੁੱਕੇ ਹਾਂ। ਉਸ ਤੋਂ ਬਾਅਦ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਅਸੀਂ ਟਾਈਪਸ ਆਫ ਸੈਂਟੈਂਸਿਸ ਕੀਤੀਆਂ ਸੀ: ਸਿੰਪਲ ਸੈਂਟੈਂਸ, ਕੰਪਲੈਕਸ ਸੈਂਟੈਂਸ, ਕੰਪਾਊਂਡ ਸੈਂਟੈਂਸ। ਅੱਜ ਉਸ ਵਿੱਚ ਅਸੀਂ ਵੀ ਸਿੱਖਿਆ ਸੀ ਕੰਪਲੈਕਸ ਵਿੱਚ ਉਹਦੇ 2 ਪਾਰਟਸ ਹੁੰਦੇ ਨੇ: ਪ੍ਰਿੰਸੀਪਲ ਕਲਾਜ਼ ਔਰ ਸਬੋਰਡੀਨੇਟ ਕਲਾਜ਼। ਅਸੀਂ ਉਸਨੂੰ ਡਿਫਰੈਂਸ਼ੀਏਟ ਕਰਨਾ ਸਿੱਖਿਆ ਸੀ, ਬਟ ਮੈਂ ਤੁਹਾਡੀ ਸਹੂਲਤ ਲਈ ਅੱਜ ਫਿਰ ਰਿਵਾਈਜ਼ ਕਰਨ ਜਾ ਰਿਹਾ। ਨਾਓ ਲੁੱਕ ਐਟ ਦਾ ਬਲੈਕਬੋਰਡ। ਪਿਆਰੇ ਬੱਚਿਓ, ਜੋ ਕੰਪਲੈਕਸ ਸੈਂਟੈਂਸ ਹੁੰਦਾ, ਜਿਸ ਨੂੰ ਅਸੀਂ ਮਿਸ਼ਰਤ ਵਾਕ ਕਹਿੰਦੇ ਆ, ਇਹਦੇ ਵਿੱਚ ਇੱਕ ਇਹਦਾ ਪਾਰਟ ਹੁੰਦਾ ਪ੍ਰਿੰਸੀਪਲ ਕਲਾਜ਼, ਜਿਸ ਨੂੰ ਅਸੀਂ ਮੇਨ ਕਲਾਜ਼ ਵੀ ਕਹਿ ਦਿੰਦੇ ਆ। ਇਹ ਇੰਡੀਪੈਂਡੈਂਟ ਕਲਾਜ਼ ਹੁੰਦੀ ਆ, ਇਹ ਆਪਣੇ ਆਪ 'ਚ ਸੁਤੰਤਰ ਵਾਕ ਹੁੰਦਾ। ਬਟ ਜੋ ਇਹਦੇ ਅਧੀਨ ਵਾਕ ਹੁੰਦਾ, ਜਿਹਨੂੰ ਅਸੀਂ ਕਹਿੰਦੇ ਆ ਸਬੋਰਡੀਨੇਟ ਕਲਾਜ਼ ਔਰ ਡਿਪੈਂਡੈਂਟ ਕਲਾਜ਼। ਡਿਪੈਂਡੈਂਟ ਕਲਾਜ਼ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇਹ ਜੋ ਵਾਕ ਹੈ ਦਾ ਇੱਧਰਲਾ ਹਿੱਸਾ ਹੈਗਾ, ਇਹ ਪ੍ਰਿੰਸੀਪਲ ਕਲਾਜ਼ 'ਤੇ ਡਿਪੈਂਡ ਕਰਦਾ। ਇਟ ਮੀਨ ਜੇਕਰ ਅਸੀਂ ਇਸ ਨੂੰ ਇਸ ਤੋਂ ਸੈਪਰੇਟ ਕਰ ਦਾਂਗੇ ਤਾਂ ਬੱਚੋ ਇਹ ਮੀਨਿੰਗਲੈਸ ਆ। ਠੀਕ ਹੈ, ਚੰਗਾ, ਇਹਨੂੰ ਡਿਪੈਂਡੈਂਟ ਕਲਾਜ਼ ਕਹਿੰਦੇ ਨੇ। ਡਿਪੈਂਡੈਂਟ ਕਲਾਜ਼, ਸਬੋਰਡੀਨੇਟ ਕਲਾਜ਼। ਠੀਕ ਹੈ, ਉਸ ਤੇ ਤੁਹਾਨੂੰ ਸਿਖਾਇਆ ਸੀ ਮੈਂ ਕਿਵੇਂ ਇਹਨੂੰ ਡਿਫਰੈਂਸ਼ੀਏਟ ਕਰਨਾ। ਜੋ ਥੋੜਾ ਜਿਹਾ ਤੁਹਾਨੂੰ ਰਿਵਾਈਜ਼ ਕਰਦਾ ਕਿ ਜਦ ਤੁਹਾਨੂੰ ਕਿਸੇ ਸੈਂਟੈਂਸ ਵਿੱਚ WH ਫੈਮਿਲੀ ਦੇ ਵਰਡਸ ਕਰੀ ਜਾਣ, ਵਟ, ਵਿਚ, ਵੈਨ, ਵੇਅਰ, ਵਾਈ, ਹਾਊ, ਹੂ, ਹੂਜ, ਐਟਸੈਟਰਾ। ਇਫ ਦਿਖ ਜੇ, ਅਨਲੈਸ ਦਿਖ ਜੇ, ਐਜ ਦਿਖ ਜੇ, ਐਜ ਲੌਂਗ ਐਜ ਦਿਖ ਜੇ, ਐਸ ਸੂਨ ਐਜ ਔਰ ਦੈਟ ਦਿਖ ਜੇ, ਐਟਸੈਟਰਾ ਆਦਿ। ਤਾਂ ਪਿਆਰੇ ਬੱਚਿਓ, ਜਿਹੜਾ ਪਾਰਟ ਦੇ ਵਿੱਚ ਇਹ ਹਿੱਸਾ ਬਿਲੋਂਗ ਕਰਦਾ ਹੋਵੇ, ਉਹ ਸਾਰਾ ਜਿਹੜਾ ਹਿੱਸਾ ਹੋਏਗਾ ਸੈਂਟੈਂਸ ਦਾ, ਦੈਟ ਬਿਲੋਂਗਸ ਟੂ ਸਬੋਰਡੀਨੇਟ ਕਲਾਜ਼। ਉਹ ਕੀ ਹੋਏਗਾ? ਸਬੋਰਡੀਨੇਟ ਕਲਾਜ਼ ਦਾ ਹਿੱਸਾ ਹੋਏਗਾ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। Where there is a will, there is a way. ਜਿੱਥੇ ਚਾਹ ਉੱਥੇ ਰਾਹ। ਤਾਂ ਤੁਸੀਂ ਦੇਖੋ ਕਿ WH ਫੈਮਿਲੀ ਦਾ ਵਰਡ ਆ ਪਿਆ। WH ਫੈਮਿਲੀ ਦੇ ਵਰਡ ਤੋਂ ਲੈ ਕੇ ਜਿੱਥੇ ਸੈਂਸ ਖਤਮ ਹੁੰਦੀ ਆ ਵਿਲ ਤੱਕ, ਇਹ ਨੈਕਸਟ ਸੈਂਟੈਂਸ ਸ਼ੁਰੂ ਹੋ ਗਿਆ। ਤਾਂ ਪਿਆਰੇ ਬੱਚੋ, ਇਹ ਕੀ ਹੈਗੀ? ਸਬੋਰਡੀਨੇਟ ਕਲਾਜ਼ ਕਹਿੰਦੇ ਹਾਂ, ਅਸੀਂ ਡਿਪੈਂਡੈਂਟ ਕਲਾਜ਼ ਕਹਿ ਸਕਦੇ ਹਾਂ। ਜੋ ਆ ਹਿੱਸਾ ਆਉਂਦਾ, ਇਸ ਨੂੰ ਅਸੀਂ ਕਹਿੰਦੇ ਕਿ ਪ੍ਰਿੰਸੀਪਲ ਕਲਾਜ਼। ਮੇਰੇ ਕਹਿਣ ਦਾ ਮਤਲਬ ਕਿ ਜਦ ਤੁਹਾਨੂੰ WH ਫੈਮਿਲੀ ਦਾ ਕੋਈ ਵਰਡ ਜਾਂ ਦੈਟ ਜਾਂ ਇਹ ਜੋ ਵਰਡ ਲਿਖੇ ਨੇ, ਇਹਦੇ ਕੋਈ ਵਰਡ ਤੁਹਾਨੂੰ ਮਿਲ ਜੇ, ਤਾਂ ਜਿਹੜਾ ਉਹ ਹਿੱਸਾ ਬਿਲੋਂਗ ਕਰੇਗਾ ਉਹ ਕਰੇਗਾ ਸਬੋਰਡੀਨੇਟ ਕਲਾਜ਼ ਨੂੰ। ਜੋ ਬਾਕੀ ਰਿਮੇਨਿੰਗ ਪਾਰਟ ਆ, ਇਹ ਫਰੰਟ ਤੇ ਵੀ ਆ ਸਕਦਾ, ਇਹ ਐਂਡ ਤੇ ਵੀ ਆ ਸਕਦਾ। ਇਹਦੀ ਕੋਈ ਡਾਇਨਾਮਿਕ ਹੈ, ਇਹਦੇ ਆਦਾ। ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦੇ ਦੇਣਾ। ਹੀ ਵਿਜ਼ਿਟਡ the place where he was born। उसने वो था विजिट की थी, तो पैदा होया सी। ਤਾਂ W ਵਾਲੇ ਫੈਮਿਲੀ ਦਾ ਵਰਡ ਇਧਰਲੀ ਸਾਈਡ ਆ ਗਿਆ। ਤਾਂ ਪਹਿਲੇ ਬੱਚੇ ਜੋ ਬੈਕ ਤੇ ਆ ਗਈ, ਇਹ ਕੀ ਹੋ ਗਈ ਆਪਣੀ ਸਬੋਰਡੀਨੇਟ ਕਲਾਜ਼। ਜੋ ਫਰੰਟ ਤੇ ਆ ਗਿਆ, ਹੀ ਵਿਜ਼ਿਟਡ ਦਾ ਪਲੇਸ ਦੈਟ ਹੀ ਕਾਲਡ ਪ੍ਰਿੰਸੀਪਲ ਕਲਾਜ਼। ਮੀਨਸ ਆਪਾਂ ਫਾਈਂਡ ਆਊਟ ਕਰਨਾ ਵਿਦ ਦ ਹੈਲਪ ਆਫ ਦੀ ਫੈਮਿਲੀ। ਜਿਹੜੇ ਵਰਡਸ ਨੇ ਇਹ ਕਨੈਕਟਰ ਨੇ, ਲਿੰਕਿੰਗ ਵਰਡਸ ਨੇ, ਇਹ ਤੁਹਾਨੂੰ ਇਹ ਹਿੰਟ ਮਿਲ ਜਾਂਦਾ ਕਿ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਹਿੱਸਾ ਹੈਗਾ that belongs to
ਸੋਰਡਡ ਕਲਾਜ਼ ਔਰ ਡਿਪੈਂਡੈਂਟ ਕਲਾਜ਼ ਅਸੀਂ ਉਹ ਤਾਂ ਕਰ ਚੁੱਕੇ ਸੀ, ਲੇਕਿਨ ਅੱਜ ਅਸੀਂ ਜੋ ਨੈਕਸਟ ਕਰਾਂਗੇ ਇਹਦੇ ਵਿੱਚ 3 ਟਾਈਪਸ ਹੁੰਦੀਆਂ ਨੇ, ਨਾउन ਕਲਾਜ਼, ਐਡਜੈਕਟਿਵ ਕਲਾਜ਼, ਐਡਵਰਬ ਕਲਾਜ਼। ਬੱਚਿਆਂ ਨੂੰ ਪੇਪਰ 'ਚ ਕੁਐਸਚਨ ਇਸ ਤਰ੍ਹਾਂ ਆਉਂਦਾ ਕਿ ਫਸਟ ਆਫ ਆਲ ਤੁਹਾਨੂੰ ਆ ਜਾਏਗਾ ਕਿ ਡਿਫਰੈਂਸ਼ੀਏਟ ਪ੍ਰਿੰਸੀਪਲ ਕਲਾਜ਼ ਐਂਡ ਸਬੋਰਡੀਨੇਟ ਕਲਾਜ਼ ਇਨ ਸੈਂਟੈਂਸ। ਪਹਿਲਾਂ ਆਪਾਂ ਡਿਫਰੈਂਸ਼ੀਏਟ ਕਰ ਦਾਂਗੇ ਪ੍ਰਿੰਸੀਪਲ ਕਲਾਜ਼ ਔਰ ਸਬੋਰਡੀਨੇਟ ਕਲਾਜ਼। 1 ਨੰਬਰ ਦਾ ਆਪਾਂ ਨੂੰ ਇਸ ਤਰ੍ਹਾਂ ਕੁਐਸਚਨ ਆਏਗਾ। 1 ਨੰਬਰ ਦਾ ਕੁਐਸਚਨ ਇਸ ਤਰ੍ਹਾਂ ਆਏਗਾ ਕਿ ਤੁਸੀਂ ਡਿਪੈਂਡੈਂਟ ਕਲਾਜ਼ ਸਬੋਰਡੀਨੇਟ ਕਲਾਜ਼ ਦਾ ਫਾਈਂਡ ਆਊਟ ਕਰ ਲਈ, ਬਟ ਸਾਨੂੰ ਇਹ ਦੱਸੋ ਕਿ ਜਿਹੜੀ ਸਬੋਰਡੀਨੇਟ ਕਲਾਜ਼ ਆ ਉਹ ਨਾउन ਕਲਾਜ਼ ਵਿੱਚ ਆ, ਐਡਜੈਕਟਿਵ ਕਲਾਜ਼ ਆ, ਐਡਵਰਬ ਕਲਾਜ਼ ਆ। सिर्फ 9th to प्लस 2 की गल नहीं कर रहा मैं, इन केस कोई भी टेस्ट आएगा, फॉर एग्जाम्पल तुसी कोई SSC का टेस्ट दे रहे हो, कोई प्रिंसीपल का टेस्ट दे रहे हो, हैडमास्टर टेस्ट दे रहे हो, किसी भी किस्म का टेस्ट दे रहे हो, तो इस तरह के क्वेश्चन आम देखने को मिलणगे जर्नल इंग्लिश कम्युनिकेशन हर एक पक्षों तैयारी हैल्पफुल होएगी जेकर तुसी इसनूं प्रॉपर डिफरेंशिएट करना सीख गए। सो अज असीं डिस्कस करांगे 1 बाय 1। फस्ट ऑफ ऑल नाउन क्लाज किवें हुंदी है, किवें फाइंड आउट करांगे कि नाउन क्लाज है, किवें फाइंड आउट करांगे एडजेक्टिव क्लाज है, किवें फाइंड आउट करांगे एडवर्ब क्लाज है। प्लीज जो मैं चार्ट बनाएगा इसमें अपनी कापी ते राइट डाउन कर लो ताकि तुहानूं फ्यूचर विच हैल्पफुल रहे। सो नैक्सट असीं डिस्कस करांगे नाउन क्लाज। स्टूडेंट्स ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਐਡਜੈਕਟਿਵ ਕਲਾਜ਼, ਕਿਉਂਕਿ ਬੱਚੇ ਅਕਸਰ ਨਾउन ਕਲਾਜ਼ ਵਿੱਚ ਉਲਝੇ ਜਾਂਦੇ ਨੇ, ਐਡਜੈਕਟਿਵ ਕਲਾਜ਼ ਨੂੰ ਈਜ਼ੀਲੀ ਕੈਚ ਕਰਦੇ ਨੇ। ਮੈਂ ਆਪਣੀ ਨੀਤੀ ਤੇ ਅੱਡੋ ਜੋ ਗੱਲ ਕਰ ਰਿਹਾ ਹਾਂ। ਸੋ ਫਸਟ ਆਫ ਆਲ ਅਸੀਂ ਐਡਜੈਕਟਿਵ ਕਲਾਜ਼ ਡਿਸਕਸ ਕਰਦੇ ਹਾਂ। ਡਿਫਾਈਨ ਕਰੀਏ ਤਾਂ ਇਟ ਇਜ਼ ਅ ਡਿਪੈਂਡੈਂਟ ਕਲਾਜ਼। ਡਿਪੈਂਡੈਂਟ ਕਲਾਜ਼ ਤਾਂ ਹੈਗੀ ਹੈ, ਸਾਨੂੰ ਪਤਾ ਹੈ ਸਬੋਰਡੀਨੇਟ ਕਲਾਜ਼ ਦੇ ਵਿੱਚ ਆਉਂਦੀ ਹੈ। ਦੈਟ ਮੋਡੀਫਾਈ ਏ ਨਾउन ਔਰ ਪ੍ਰੋਨਾउन, ਕਿਸੇ ਵੀ ਨਾਮ ਜਾਂ ਪ੍ਰੋਨਾउन ਨੂੰ ਮੋਡੀਫਾਈ ਕਰਦੀ ਹੈ। ਬਿਲਕੁਲ ਸਿੰਪਲ ਪੰਜਾਬੀ ਗੱਲ ਕਰਾਂ ਮੈਂ ਤਾਂ ਵਾਕ ਦਾ ਜਿਹੜਾ ਉਪਵਾਕ ਉਹ ਹਿੱਸਾ ਜਿਹੜਾ ਕਿ ਮੁੱਖ ਵਾਕ ਦੀ ਜੋ ਨਾउन ਜਾਂ ਪ੍ਰੋਨਾउन ਆਇਆ ਉਸकी ਆਪਾਂ ਤਾਰੀਫ ਕਰੇ, ਉਹਦਾ ਮੈਰਿਟ ਡੀਮੈਰਿਟ ਦੱਸੇ, ਗੁਣ ਔਗਣ ਦੱਸੇ, ਨੈਗੇਟਿਵ ਪੋਜ਼ਿਟਿਵ ਦੱਸੇ, ਤਾਂ ਪਿਆਰੇ ਬੱਚਿਓ ਉਸ ਨੂੰ ਕੀ ਕਹਿੰਦੇ ਸੀ ਐਡਜੈਕਟਿਵ ਕਲਾਜ਼। ਐਡਜੈਕਟਿਵ ਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਵਿਸ਼ੇਸ਼ਣ ਕੀ ਹੁੰਦਾ ਪੰਜਾਬੀ ਵਿੱਚ, ਨਾਮ ਜਾਂ ਪ੍ਰੋਨਾउन ਦੀ ਜੋ ਵਿਸ਼ੇਸ਼ਤਾ ਦੱਸਦਾ, ਗੁਣ ਜਾਂ ਔਗਣ ਦੱਸਦਾ। ਤਾਂ ਸਿੰਪਲ ਹੈ। ਫਸਟ ਆਫ ਆਲ ਇੱਕ ਐਗਜ਼ਾਮਪਲ ਲੈਂਦੇ ਹਾਂ ਅਸੀਂ, ਕਿਸੇ ਦਾ ਗਰਲ, ਇਹ ਉਹ ਲੜਕੀ ਹੈ ਹੂ ਆਲਵੇਜ਼ ਸਟੈਂਡ ਫਸਟ, ਜੋ ਹਮੇਸ਼ਾ ਫਸਟ ਆਉਂਦੀ ਹੈ। ਤਾਂ ਧਿਆਨ ਨਾਲ ਦੇਖੋ, दिस इज द गर्ल जो वाक का प्रिंसिपल क्लाज है, डब्ल्यू फैमिली का वर्ड आ गया, इतों लैके फर्स्ट तक की होगी अपनी सबोर्डिनेट क्लाज होगी। ये सानू पता सी, कल सीख चुके फाइंड आउट करनी। हुण असीं की कीती गल, ये वो लड़की है जिहड़ी हमेशा फर्स्ट आउंदी है। तां जो पिछला वाक आ जिहनूं मैं सबोर्डिनेट क्लाज का कह रहा गा, ये की कीता प्रिंसिपल क्लाज की गल कर रहा। ਜਿਹੜੀ लड़की की गल प्रिंसिपल क्लाज चाहिए आ, ਜਿਹੜਾ पिछला वाक आ ਜਿਹੜਾ मैं अधीन वाक कही पंजाबी विच, वो पहले वाले वाक की कर रहा, गल नूं क्लैरीफाई कर रहा, उस गल नूं क्लीयर कर रहा, उस लड़की बारे गल कर रहा। तो प्यारे बच्चों ये वाक की हो गया एडजेक्टिव क्लाज। क्लीयर है। एक एग्जांपल हो ले रहे हैं, ही हू हैज नो मनी, ही मैंने वो जिसको कोई पैसा नहीं, हैज नो फ्रेंड, कोई दोस्त नहीं। ध्यान ना देखो, इस वाक में प्रिंसिपल क्लाज ते जो एडजेक्टिव क्लाज है ये थोड़ी डिफरेंशिएट करनी थोड़ा टेढ़ा काम है। जिस तरह देखो हू हैज नो मनी, तो लग रहा पता ये प्यारे बच्चों एक सेंस वाला वाक कंप्लीट आ। दैट इज की है सबोर्डिनेट क्लाज, ਉਹਦੇ ਵਿੱਚ ਇਹ ਐਡਜੈਕਟਿव क्लाज है। वो किवें आ मैं तुहानूं दस दांगा। पहला प्रिंसिपल क्लाज देखो, ही हैज नो फ्रेंड, ही हैज नो फ्रेंड, सारा सेंटेंस कंप्लीट बन गया। ये है कि बच्चों प्रिंसिपल क्लाज, ये ही भी आएगा। बट हू हैज नो मनी, जिसको कोई पैसा नहीं, तो असीं की गल कीती, जिथे मैं ही की गल कर रहे हैं, ही नूं डिफाइन करता वाक दस रहा है कि उसको पैसा नहीं, हू हैज नो मनी। ठीक है जी। तो ये प्यारे बच्चों ही की विशेषता ही होगी ना, ਉਹਦੀ क्वालिटी होगी। तो दैट इज ये की हो गया एडजेक्टिव क्लाज। एक एग्जांपल होर देखते हैं, ही किल्ड द स्नेक, उसने उस सप्प ਨੂੰ मार दिता। डैड बेटी ਜਿਹੜਾ जिसने उसकी पत्नी ਨੂੰ बेटी ਕੀਤਾ ਸੀ, ਕੱਟਿਆ ਸੀ। ਤਾਂ ਪਹਿਲਾਂ ਤਾਂ ਫਾਈਂਡ ਆਊਟ ਕਰੋ, ਡਿਫਰੈਂਸ਼ੀਏਟ ਕਰੋ। ਇਹ ਹੋਗੀ सबोर्डिनेट क्लाज। डैड ਤੋਂ ਬਾਅਦ ਲਾਸਟ ਵਾਕ ਹੀ ਤੋਂ ਲੈ ਕੇ ਸਨੇਕ ਤੱਕ ਹੋਗੀ प्रिंसिपल क्लाज। ਉਸ ਤੋਂ ਬਾਅਦ ਤੁਹਾਨੂੰ ਇਹ ਕਿਵੇਂ ਪਤਾ ਲੱਗੂ कि ये जो वाक है एडजेक्टिव क्लाज है। तो ध्यान ਨਾਲ देखो कि ਅਸੀਂ ਕੀ ਗੱਲ ਕੀਤੀ, ही किल्ड द स्नेक, उसने सप्प ਨੂੰ मार दिता। ਹੁਣ सप्प विशेष किवें बन गया, सप्प वो आ ਜਿਹੜੇ सप्प ने उसकी पत्नी ਨੂੰ ਕੱਟਿਆ ਸੀ। इट मीन नैक्सट जो वाक आ वो सप्प ਦੇ ਬਾਰੇ ਗੱਲ कर रहे हैं ना, तो इट मीन ये की होगी बच्चों एडजेक्टिव क्लाज। बिल्कुल सिंपल गल करा मैं, जदों उपवाक ਜਿਹੜਾ ਅਧੀਨ ਵਾਕ ਆ ਉਹ ਮੁੱਖ ਵਾਕ ਵਿੱਚ ਜਿਹਦੀ ਬਾਰੇ ਗੱਲ ਕੀਤੀ ਹੋਵੇ ਨਾउन ਜਾਂ ਪ੍ਰੋਨਾउन ਬਾਰੇ, ਉਹਦੀ ਗੱਲ ਕਰੇ, ਉਹ एडजेक्टिव क्लाज हो गया। एक एग्जांपल ਹੋਰ ਲੈਂਦੇ ਆ, ही हू हेल्प्स अदर्स,
ਜਿਹੜਾ ਬੰਦਾ ਕਿਸੇ ਹੈਲਪ ਕਰਦਾ ਇਜ਼ ਸ਼ੇਅਰ ਟੂ ਬੀ ਹੈਲਪ ਬਾਈ ਗੋਡ, ਉਹਨੂੰ ਗੋਡ ਹੈਲਪ ਕਰਦਾ। ਤਾਂ ਇਹ ਤੁਸੀਂ ਧਿਆਨ ਰੱਖੋ, ਹੂ ਤੋਂ ਲੈ ਕੇ ਅਦਰਸ ਤੱਕ ਕੀ ਹੋ ਗਈ ਆਪਣੀ ਸਬੋਰਡੀਨੇਟ ਕਲਾਸ। ਹੀ ਵਿੱਚ ਲਾ ਕੇ ਹੀ ਇਜ਼ ਸ਼ੇਅਰ ਟੂ ਬੀ ਹੈਲਪ ਬਾਈ ਗੋਡ, ਇਹ ਕੀ ਹੋਗੀ ਬੱਚਿਓ ਪ੍ਰਿੰਸੀਪਲ ਕਲਾਸ। ਬਟ ਤੁਹਾਨੂੰ ਪਤਾ ਕਿਵੇਂ ਲੱਗੂਗੀ ਜਿਹੜੀ ਆ ਸਬੋਰਡੀਨੇਟ ਕਲਾਸ ਤਾਂ ਹੈਗੀ ਆ ਇਹ ਗਾਹਾਂ ਨਾਉਨ ਐਡਜੈਕਟਿਵ ਵਰਬ ਚ ਕਿਵੇਂ ਆ, ਤਾਂ ਦੇਖੋ ਧਿਆਨ ਨਾਲ ਹੀ ਹੂ ਹੈਲਪ, ਜਿਹੜਾ ਮੈਂ ਗੱਲ ਕਰ ਰਿਹਾ ਹੀ ਦੀ ਜੋ ਕਿ ਹੋਰਾਂ ਦੀ ਹੈਲਪ ਕਰਦਾ, ਤਾਂ ਮੀਨਸ ਜਦੋਂ ਵੀ ਕਿਸੇ ਵਾਕ ਵਿੱਚ ਜੋ ਪ੍ਰਿੰਸੀਪਲ ਕਲਾਸ 'ਚ ਕੋਈ ਨਾਉਨ ਜਾਂ ਪ੍ਰੋਨਾਉਨ ਆਇਆ ਜੋ ਸਬੋਰਡੀਨੇਟ ਕਲਾਸ ਆ ਉਸ ਦੀ ਗੱਲ ਕਰੇ, ਉਹਨੂੰ ਮੋਡੀਫਾਈ ਕਰੇ, ਤਾਂ ਪਿਆਰੇ ਵਿੱਚ ਕੀ ਹੋਊਗੀ ਐਡਜੈਕਟਿਵ ਕਲਾਸ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਪੇਪਰ ਦੇ ਕੁਐਸਚਨ ਆਉਂਦਾ ਕਿ ਐਡਜੈਕਟਿਵ ਕਲਾਸ ਦੋ ਕਿਸਮ ਦੀ ਹੁੰਦੀ ਆ। ਪਹਿਲਾਂ ਅਸੀਂ ਫਾਈਂਡ ਆਊਟ ਕਰ ਲਈ, ਉਸ ਤੋਂ ਬਾਅਦ ਲਿਖਣਾ ਹੁੰਦਾ ਐਡਜੈਕਟਿਵ ਕਲਾਸ ਕੁਆਲੀਫਾਈਂਗ ਦਾ ਨਾਉਨ, ਜੇਕਰ ਦਾ ਨਾਉਨ ਹੋਵੇ ਬਾਅਦ ਜਿਵੇਂ ਦੇਖੋ ਜੋ ਮੈਂ ਆ ਗਿਆ ਪ੍ਰਤੀ ਦੀ ਪਹਿਲੀ ਇਸ ਵਿੱਚ ਕੀ ਆ ਗਰਲ ਨਾਉਨ ਆ, ਪਤਾ ਕਿਵੇਂ ਲੱਗਦਾ ਗਾ ਡਬਲ ਤੋਂ ਪਹਿਲਾਂ ਗਰਲ ਆਇਆ ਨਾ, ਤਾਂ ਪਹਿਲੇ ਵਾਰ ਦਾ ਆਨਸਰ ਕੀ ਹੋਊਗਾ ਐਡਜੈਕਟਿਵ ਕਲਾਸ ਕੁਆਲੀਫਾਈਂਗ ਦਾ ਨਾਉਨ, ਡਾਇਰੈਕਟ ਪਾ ਦਾਂਗੇ ਅਸੀਂ ਸਿੰਗਲ ਕੋਮੇ ਲਾ ਕੇ अपना एक नंबर आ गया। सेकंड में ये पूछती थी ही हु हैज नो मनी, तो हु तो पहला क्या है ही आया, ही की बच्चों प्रोनाउन है, तो उसका आंसर ये होएगा एडजेक्टिव क्लॉज क्वालिफाइंग द प्रोनाउन सिंगल वुमन पा दो ही। थर्ड सेंटेंस सीगा ही, थर्ड सेंटेंस सी ही किल्ड द स्नेक, उसने सप ਨੂੰ ਮਾਰਤਾ जिसने ਉਹਦੀ ਪਤਨੀ ਕੱਟਿਆ ਸੀ। ਡੈਟ ਕੀ ਆਪਣਾ ਲਿੰਕਿੰਗ ਵਰਡ ਇਹ ਤੋਂ ਮੂਰੇ ਕੀ ਹੈ ਸਨੇਕ ਆ, ਸਨੇਕ ਕਿਸੇ ਦਾ ਨਾਮ ਤੇ ਇਹਦਾ ਆਨਸਰ ਕੀ ਹੋਏਗਾ ਐਡਜੈਕਟਿਵ ਕਲਾਸ ਕੁਆਲੀਫਾਈਂਗ ਦਾ ਨਾਉਨ। ਅਸੀਂ ਕੀ ਪਤਾ ਮੀਨ ਇਹ ਅਲੱਗ ਲਿਖਾਂਗੇ, ਮੈਂ ਵੈਸੇ ਉੱਤੇ ਲਿਖਤਾ, ਤੁਸੀਂ ਸਪੈਸ਼ਲ ਅਲੱਗ ਲਿਖਣਾ ਆਨਸਰ। ਅੱਗੇ ਹੀ ਹੂ ਹੈਜ਼ ਟੂ ਸੇਮ ਐਗਜ਼ਾਮਪਲ ਆ, ਉਹ ਤੋਂ ਪਹਿਲਾਂ ਕੀ ਆ ਗਿਆ ਹੀ ਆ ਗਿਆ। ਅੱਛਾ ਚੌਥੀ ਐਗਜ਼ਾਮਪਲ ਆ, ਇਹ 'ਚ ਕੀ ਸ਼ੋ ਕੀਤਾ ਐਡਜੈਕਟਿਵ ਕਲਾਸ ਕੁਆਲੀਫਾਈਂਗ ਦਾ ਪ੍ਰੋਨਾਉਨ। ਵੰਸ ਅਗੇਨ ਹੀ ਆ ਗਿਆ, ਇੱਕ ਵਾਰੀ ਹੋਰ ਹੀ ਆ ਗਿਆ। ठीक है बच्चों, पहला तो असं एडजैक्टिव क्लास को फाइंड आउट करना, तो पता लग जाएगा जो भी प्रिंसिपल क्लास की इंटरैक्टली प्रेज की गई है, मैरिट दस्या गया, डीमैरिट दस्या गया, तो क्लीयर हो जाएगा एडजैक्टिव क्लास। उस तो बाद एडजैक्टिव क्लास क्वालीफाइंग नाउन, जेकर नाउन फॉलो कर रहा लिंकिंग वर्ड तो पहला नाउन आया था आएगा एडजैक्टिव क्लास क्वालीफाइंग का नाउन, जेकर प्रनाउन आएगा तो आएगा एडजेक्टिव क्लास क्वालीफाइंग का प्रनाउन। ओके बेटा, इसको राइट डाउन कर लो। नेक्स्ट ਅਸੀਂ ਕਰਾਂਗੇ ਐਡਵਰਬ क्लास, फिर लास्ट से करेंगे नाउन क्लास। देखो एडवर्ब क्लास, एडवर्ब मुझे डिफाइन करा मैं एड प्लस वर्ब, बिल्कुल सिंपल है। वो शब्द ਜਿਹੜਾ ਕਿ वर्ब ਦੀ ਐਡ ਕਰਦਾ ਮੀਨਸ ਕਿਰਿਆ ਦੀ ਵਿਸ਼ੇਸ਼ਤਾ, ਤਾਂ ਪੰਜਾਬੀ ਅਸੀਂ ਕਹਿੰਦੇ ਕਿਰਿਆ ਵਿਸ਼ੇਸ਼ਣ। ਪੰਜਾਬੀ ਜੇ ਤੁਸੀਂ ਸੁਣੀ ਹੋਊਗੀ ਇਹਦੀ ਪਰਿਭਾਸ਼ਾ ਕੀ ਕਿ ਉਹ ਸ਼ਬਦ ਜਿਹੜਾ ਕਿ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੋਵੇ ਉਹਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ। ਬਟ ਗੱਲ ਕਰਦੇ ਹਾਂ ਆਪਾਂ ਐਡਵਰਬ ਕਲੌਜ ਦੀ, ਤਾਂ ਐਡਵਰਬ ਕਲੌਜ ਨੂੰ ਡਿਫਾਈਨ ਕਰੀਏ ਅਸੀਂ ਇੰਗਲਿਸ਼ 'ਚ, ਇਟ ਇਜ਼ ਅ ਡਿਪੈਂਡੈਂਟ ਕਲੌਜ। ਮੈਂ ਬਾਰ-ਬਾਰ ਕਹਿ ਰਿਹਾ ਕਿ ਡਿਪੈਂਡੈਂਟ ਕਲੌਜ ਦੇ ਪਾਰਟ ਹੀ ਨੇ, ਨਾਉਨ ਵੀ ਐਡਜੈਕਟਿਵ ਵੀ ਐਡਵਰਬ ਵੀ। ਕਲੀਅਰ ਹੈ ਤੁਹਾਨੂੰ? ਦੈਟ ਫੰਕਸ਼ਨ ਹੈ ਜਿਹੜਾ ਐਡਵਰਬ, ਬਟ ਇਹ ਫੰਕਸ਼ਨ ਕੀ ਕਰਦਾ ਕੰਮ ਜਿਹੜਾ ਉਪਵਾਕ ਇੱਕ ਤਰ੍ਹਾਂ ਕਿਰਿਆ ਵਿਸ਼ੇਸ਼ਣ ਦਾ ਕੰਮ ਕਰੇ, ਤਾਂ ਅਸੀਂ ਕਹਿੰਦੇ ਐਡਵਰਬ ਕਲੌਜ। ਇਟ ਕੈਨ ਮੋਡੀਫਾਈ ਔਰ ਡਿਸਕ੍ਰਾਈਬ verb ਨੂੰ ਡਿਸਕ੍ਰਾਈਬ ਕੀਤਾ ਜਾਂਦਾ, ਕਿਸੇ ਐਡਵਰਬ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਔਰ ਕਿਸੇ ਐਡਜੈਕਟਿਵ ਨੂੰ ਡਿਸਕ੍ਰਾਈਬ ਕੀਤਾ ਜਾਂਦਾ। ਜਦੋਂ ਤਾਂ ਪ੍ਰਿੰਸੀਪਲ ਕਲਾਸ ਦੇ ਵਿੱਚ ਮੈਰਿਟ ਔਰ ਡੀਮੈਰਿਟ ਸੀ ਵੀ ਨਾਉਨ ਜਾਂ ਪ੍ਰੋਨਾਉਨ ਦੀ, ਉਹ ਤਾਂ ਅਸੀਂ ਬੱਚਿਓ ਐਡਜੈਕਟਿਵ। ਪਰ ਇੱਥੇ ਮੈਂ ਗੱਲ ਕਰ ਰਿਹਾ ਕਿ ਜੋ ਕਲੌਜ ਆ ਆਪਣੀ ਸਬੋਰਡੀਨੇਟ ਕਲੌਜ ਆ ਜਿਹਨੂੰ ਅਸੀਂ ਐਡਵਰਬ ਕਲੌਜ ਕਹਾਂਗੇ, ਤਾਂ ਕਿਵੇਂ ਪਤਾ ਲੱਗੂਗੀ ਜਦ ਜਿਹੜਾ ਉਪਵਾਕ ਆ ਅਧੀਨ ਵਾਕ ਆ ਉਹ ਇਹ ਜੇ ਕਿਰਿਆ ਵਿਸ਼ੇਸ਼ਣ ਦਾ ਕੰਮ ਕਰੇ। एग्जाम्पल तो मैं होप क्लियर कर देना। एग्जाम्पल देखो, लुक बिफोर यू लीव, पहला खोलो फिर बोलो। लुक बिफोर यू लीव तक पहले तो डिफाइन करो। देखो बिफोर यू लीव तक अपना की हो गया, ये होगी सॉर्टेड क्लास, लुक होगी अपनी कली प्रिंसिपल क्लास। पहले आप इन फाइनल करना है, फिर देखेंगे लिखना कितना है। लुक देखो बिफोर यू लीव पर मीन जो कोई भी काम करने को देखो तो इसकी गल की कर रहे हैं आप एक किरिया खिंच रहे हैं, किसी नाउन या प्रोनाउन की गल नहीं कर रहे, आप किरिया की गल कर रहे हैं। एक एग्जाम्पल हो लेने आप, आई विल गो विद यू, मैं तो जावांगा, वेयर विल यू जिथे तुम जाओगे, तो गल किते जान की गल कर रहे हो, किते जान की गल कर रहे हैं। बच्चों आ के हो गया प्रिंसिपल क्लास, आ के हो गया सॉर्टेड क्लास, वो गां जिस तरह भी लिख देंगे आप, गल कर रहे हैं असीं किसी किरिया की, किरिया की विशेषता की गल कर रहे हैं। मैं तो अपना जावांगा, इतने तुम जा रहे हो, नहीं गल जान की कर रहे हैं, वो जान भी आप खिंचेगा, कोई आर्मी का गुण गुण नहीं दसे, आप किरिया की गल की है। तो बच्चों इन्हों की कहांगे असीं एडवर्ब क्लास।
since you are late, ਤੁਸੀਂ ਲੇਟ ਹੋ, ਆਈ ਕਾਂਟ ਲੈਟ ਯੂ, ਤੁਹਾਨੂੰ ਮੈਂ ਅੰਦਰ ਨਹੀਂ ਆਉਣ ਦੇਵਾਂਗਾ। ਇੱਥੇ ਵੀ ਬੱਚੋ ਗੱਲ ਕਿਹਦੀ ਕੀਤੀ ਹੈ, ਕਿਰਿਆ ਦੀ। ਤੇ ਇਹ ਕੀ ਹੈਗਾ, ਐਡਵਰਬ ਕਲਾਜ਼। ਤੇ ਕਿਆ ਬੱਚੇ ਇਹ ਕੀ ਹੋ ਗਿਆ ਆਪਣਾ ਪ੍ਰਿੰਸੀਪਲ ਕਲਾਜ਼। ਨਾਲ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਕਿ ਜੋ ਫਸਟ ਸੈਂਟੈਂਸ ਸੀ ਜਿਸ ਲੋਕ ਬਿਫੋਰ ਯੂ ਲੀਵ, ਆਪਾਂ ਬਿਫੋਰ ਯੂ ਲੀਵ ਐਡਵਰਬ ਕਲਾਜ਼ ਫਾਈਂਡ ਆਊਟ ਕਰ ਲਿਆ, ਬਟ ਇਹ ਨਾਲ ਲਿਖਣਾ ਹੀ ਪੈਂਦਾ ਕਿ ਜਿਹੜੀ ਐਡਵਰਬ ਕਲਾਜ਼ ਕੀ ਸ਼ੋ ਕਰ ਰਹੀ ਹੈ। ਤਾਂ ਅਸੀਂ ਲਿਖਾਂਗੇ ਬੱਚੋ, ਦੇਖੋ ਸ਼ੋ ਕੀ ਹੋ ਰਿਹਾ, ਗੱਲ ਹੋ ਰਹੀ ਹੈ ਟਾਈਮ ਦੀ, ਹੈ ਨਾ, टाइम की गल हो रही है, समय की गल हो रही है। तो असं लिखांगे एडवर्ब क्लाज शोइंग टाइम। एक तो आप इन्हें डिफरेंशिएट कर देंगे, नाल आपको लाइन लाजमी लिखनी पड़ेगी एडवर्ब क्लाज शोइंग टाइम। सैकंड देखो आई विल गो विद, मैं तुहाडे नाल जावांगा, वेयर एवर जिथे तुसीं जाओगे, तो वेयर क्यों शो करदा, प्लेस में शो करदा। तो असं की लिखांगे एडवर्ब क्लाज शोइंग प्लेस। एडवर्ब क्लाज शोइंग तुसीं अपने में लिख लियो, प्लेस में लिखता, ठीक है जी, इन्ना तुसीं समझ लो, कैरी कर लो। थर्ड देखो सिंस यू आर लेट, तुसी लेट हो, आई कांट लेट यू, तो मैं अंदर नहीं आउण देवांगा। तो बच्चों मैं रीजन लाता, मैं कारण वाला करता कि मैं तेन तां नहीं अंदर आउण दिंदा कि तुसी लेट हो। तो इहनूं की रीजन हैगा, एडवर्ब क्लाज शोइंग रीजन। नैक्सट देखो इफ द बस इज लेट, जेकर बस लेट हुंदी है, वी विल टेक अ टैक्सी, टैक्सी लवांगे। तो एक मैं कंडीशन लाती कि जे बस लेट हुंदी है तो मैं टैक्सी लेके जावांगा, कार लेके जावांगा। तो इहनूं कंडीशन असीं की शो करांगे, एडवर्ब क्लाज शोइंग कंडीशन। क्लियर। नेक्स्ट एग्जांपल, एज यू सो, जिस तरह तुसीं बीजोगे। इत्थे बच्चों देखो वो पेज दसन लगा तुहानूं मैं, इफ तो लेके लेट तक की होगी एडवर्ब क्लाज। सर पीछे क्या है बच्चों, प्रिंसिपल क्लाज। एज अपना फिर देखो कनेक्टर आ गया, तो फिर बच्चों इत्थे की होगी सबऑर्डिनेट क्लाज। ये की हो गया अपना प्रिंसिपल क्लाज। ते ओदे विच गल कीती किहड़े दी, की हो गई एडवर्ब क्लाज। बट ये शो की कर रही है कि जिस तरह तुसीं बीजोगे उस तरह कटोगे, जिस तरह तुसीं काम करोगे उस तरह तुहानूं फल मिलूगा। इट मीन जो मैनर तो ढंग नूं शो कर रही है। असीं की लिखांगे एडवर्ब क्लाज शोइंग मैनर। लास्ट एग्जांपल, आल्दो हुंदा भावें कि, आल्दो ही ट्राइड हार्ड, भावें कि उन्हें सख्त कोशिश की, कि डिडंट सक्सीड, सफल नहीं होया। तो बच्चों ने कंट्रास्ट किया, कंपेयर किया इन्होंने, है ना जी, कि उन्हें भावें सख्त कोशिश की पर फिर भी सफल नहीं होया। तो इन्हों असं लिखांगे पहले फाइंड आउट करना, आल्दो तो लैके ट्राइड हार्ड तक। ये होगी सबऑर्डिनेट क्लाज, ਉਹਦੀ ਵਿੱਚ ਉਹਦੀ ਫਾਰਮ ਜਿਹੜੀ ਹੈ ਐਡਵਰਬ ਕਲਾਜ਼। ਫਿਰ ਇਹ ਹੋ ਗਈ ਪ੍ਰਿੰਸੀਪਲ ਕਲਾਜ਼। ਪਹਿਲਾਂ ਤਾਂ ਆਪਾਂ ਡਿਫਰੈਂਸ਼ੀਏਟ ਕਰ ਲਿਆ, ਉਸ ਤੋਂ ਬਾਅਦ ਆਪਾਂ ਇਹ ਸ਼ੋਅ ਕਰਨਾ ਸੀ ਵੀ ਕਿਸ ਚੀਜ਼ ਸ਼ੋਅ ਕਰਦਾ, ਤਾਂ ਅਸੀਂ ਲਿਖਣਾ ਹੁੰਦਾ ਐਡਵਰਬ ਕਲਾਜ਼ ਸ਼ੋਇੰਗ ਕੰਟਰਾਸਟ। ਤਾਂ ਬੱਚਿਓ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਆਪਣੇ ਕੋਲ ਬਿਲਕੁਲ ਸਿੰਪਲ ਤਰੀਕੇ ਨਾਲ ਤੁਹਾਨੂੰ ਮੈਂ ਇਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਦੱਸਾਂ। ਤੇ ਬਿਲਕੁਲ ਸਿੰਪਲ ਗੱਲ ਇਹ ਹੈ ਕਿ ਜਦ ਕੋਈ ਕਿਰਿਆ ਦੀ ਗੱਲ ਕੀਤੀ ਜਾਂਦੀ ਹੈ, ਕਿਰਿਆ ਦੀ ਵਿਸ਼ੇਸ਼ਤਾ ਦੀ ਗੱਲ ਕੀਤੀ ਜਾਂਦੀ ਹੈ सबऑर्डिनेट क्लाज ਵਿੱਚ, ਤਾਂ ਬੱਚਿਓ ਕੀ ਹੁੰਦਾ ਐਡਵਰਬ ਕਲਾਜ਼। ਇਸ ਤੋਂ ਪਹਿਲਾਂ ਅਸੀਂ ਕੀਤਾ ਸੀ ਜਦ ਕੋਈ ਨਾउन ਜਾਂ ਪ੍ਰੋਨਾउन ਦੀ ਮੈਰਿਟ ਔਰ ਡੀਮੈਰਿਟ ਦੱਸੀ ਜਾਂਦੀ ਹੈ सबऑर्डिनेट क्लाज ਦੇ ਵਿੱਚ, ਤਾਂ ਪਿਆਰੇ ਬੱਚਿਓ ਤੁਸੀਂ ਕਹੋਗੇ ਉਹ ਕੀ ਹੈ ਐਡਜੈਕਟਿਵ ਕਲਾਜ਼। ਕਲੀਅਰ ਹੈ ਜੀ? ਹੁਣ ਤੱਕ ਅਸੀਂ ਐਡਜੈਕਟਿਵ ਕਲਾਜ਼ ਔਰ ਐਡਵਰਬ ਕਲਾਜ਼ ਕਰ ਚੁੱਕੇ ਹਾਂ। ਨੈਕਸਟ ਜੋ ਕਰਨ ਜਾ ਰਹੇ ਨਾउन ਕਲਾਜ਼। ਓਕੇ ਸਟੂਡੈਂਟਸ, ਨਾਓ ਵੀ ਡਿਸਕਸ ਨਾउन ਕਲਾਜ਼। ਨਾउन ਕਲਾਜ਼ ਬਿਲਕੁਲ ਜਿਵੇਂ ਤੁਹਾਨੂੰ ਨਾਮ ਤੋਂ ਸਪਸ਼ਟ ਹੈ ਕਿ ਉਹ ਉਪਵਾਕ ਜੋ ਕਿ ਇੱਕ ਨਾਮ ਦਾ ਕੰਮ ਕਰਦਾ ਹੋਵੇ, ਵਾਕ ਦਾ ਉਹ ਹਿੱਸਾ ਜਿਹੜਾ ਅਧੀਨ ਵਾਕ ਹੈ ਉਹ ਇੱਕ ਤਰ੍ਹਾਂ ਨਾਮ ਦਾ ਕੰਮ ਕਰੇ। ਮੈਂ ਡਿਫਾਈਨ ਕਰਦਾ ਇੰਗਲਿਸ਼ 'ਚ, ਇਟ ਇਜ਼ ਡਿਪੈਂਡੈਂਟ ਕਲਾਜ਼। ਡਿਪੈਂਡੈਂਟ ਕਲਾਜ਼ ਤਾਂ ਹੈਗੀ, ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਵਾਰ-ਵਾਰ। ਦੈਟ ਐਕਟਸ ਐਜ਼ ਏ ਨਾउन, ਇਹ ਨਾउन ਦਾ ਕੰਮ ਹੀ ਕਰਦਾ। ਇਟ ਇਜ਼ ਯੂਜ਼ਡ ਐਜ਼, ਇਹਨੂੰ ਵਰਤਿਆ ਕਿਵੇਂ ਜਾਂਦਾ, ਜੋ ਇਹ ਬਾਅਦ ਦਾ ਹਿੱਸਾ ਹੈਗਾ ਐਜ਼ ਏ ਸਬਜੈਕਟ, ऑब्जेक्ट, प्रैपोजिशन, सब्जेक्ट, कंप्लीमेंट एटसेट्रा लिखा है। कि एक दो टाइप और भी होंगे ना, आप डिस्कस करेंगे वन बाय वन। जिस तरह फर्स्ट एग्जांपल देखो, इट इज सर्टन दैट रानी विल स्टैंड फर्स्ट। पहला तो आप दैट तो लैके फर्स्ट तक असी बार बार सीख चुके हैं कि प्यारे बच्चों एक होगी सबऑर्डिनेट क्लास, इट इज सर्टन साडी की होगी प्रिंसिपल क्लास। पहले असी एक नंबर डिफरेंशिएट का पक्का कर लिया, फिर तुहानूं पता किवें लगूगा भी ये नाउन आ। तो देखो बिल्कुल स्पष्ट आ, इट इज सर्टन, ये गल बिल्कुल पक्की है कि रानी फर्स्ट आएगी। तो दोनों वाक्यां में तुसीं देखो ना तो इत्थे कोई किरिया दी विशेषता इधर शो की है, ना इधरले कोई नाउन या प्रोनाउन की इधर विशेषता शो की है। मीन जो ये बात आ कि अपने अलग गल कर रहे हैं। मीन जिस तरह पहला एडजेक्टिव किया, एडवर्ब किया, उन्हां विच की मैं कह रहा सी कि जद
इधरला भाग इधरले भाग की विशेषता दसदा तो ऑब्जेक्टिव हुंदा, जे क्रिया की विशेषता दसदा तो वर्ब हुंदा। बट इत्थे ये जी कोई गल नहीं, तो प्यारे बच्चों ये की होगी नाउन क्लास। उस तो बाद असीं लिखना हुंदा जिवें ये मैं सेंटेंस लैता गा, ये च जो अपना ਇਹਨੂੰ ਲਿਖਾਂਗੇ ਅਸੀਂ ਸਿਲੈਕਟ ਟੂ ਦਾ ਵਰਬ ਇਜ਼, ਕਿਉਂਕਿ ਇੱਥੇ ਕੀ ਗੱਲ ਹੋਈ ਆ, ਜਿਹੜਾ ਇਹ ਸੈਂਟੈਂਸ ਆ ਜਿਹ ਇਹਨੂੰ ਆਪਾਂ ਸਿਲੈਕਟ ਇਹ ਵਰਬ ਕਿਹੜੀ ਇਜ਼ ਆਈ ਆ, ਇਹ ਅਸੀਂ ਕੀ ਲਿਖਾਂਗੇ ਸਿਲੈਕਟ ਟੂ ਦਾ ਵਰਬ ਇਜ਼, ਇਹਦਾ ਆਪਣਾ ਇੱਕ ਨੰਬਰ ਪੂਰਾ ਹੋ ਜਾਏਗਾ। सेकंड एग्जाम्पल देखो, आस्क आशा, आशा तो पूछो इफ पापा है कम, पापा पापा आ चुके हैं, पहले तो डिफरेंशिएट करो। इफ अपना कनेक्टर हो गया, लिंकिंग वर्ड हो गया, इफ तो लेके इफ तक की होगी पहले बच्चों सबऑर्डिनेट क्लॉज। आस्क आशा की होगी प्रिंसिपल क्लॉज। उस तो बाद असीं ये देखिया कि जो ये सेंटेंस है, मैं बार बार वही गल कह रहे हैं कि इधरला सेंटेंस इस सेंटेंस की गल कर रहे कोई किसी आशा की इधर प्रेज हो रही है नहीं हो रही, इधर किसी क्रिया की इधर विशेषता हो रही है नहीं हो रही, तो प्यारे बच्चों जो भी आप नाउन वाइज डिफरेंस फाइंड आउट करना तो तुसीं इन्हूं कंपेयर कर लिया करो एडजेक्टिव क्लॉज नाल और एडवर्ब क्लॉज नाल, तो बिल्कुल सौखा लगेगा। तो उस तो बाद ये देखो इत्थे की आएगा, इत्थे आएगा ऑब्जेक्टिव दा वर्ब आस्क। इहदे विच असीं लिखांगे ऑब्जेक्टिव दा वर्ब आस्क, आस्क इज क्यों इतने कारण की बन जाएगा, इतने ही एज ऑब्जेक्ट काम कर रहे, इतने सिलेक्ट काम कर रहे सी। थर्ड देखो एग्जांपल, माई फियर वाज दैट, मेरा डर ये है कि मोहन वुड रीच लेट, मोहन लेट आएगा। दैट तो लेके लेट तक तो फाइंड आउट कर लें, बिल्कुल सिंपल सी, ये होगी सबऑर्डिनेट क्लॉज। ये तो सौखा लगन लग जाएगा, माई फियर वाज ये की होगी प्रिंसिपल क्लॉज। उस तो बाद तुसीं ये देखो कि मेरा फिर ये है कि मोहन लेट आएगा, ये मैं कंप्लीमेंट कर रहे हैं, वर्ब को पूरा कर रहे हैं, तो इतने असीं की लिखांगे कंप्लीमेंट टू द वर्ब। वर्ब की आ रही है इतने वाज आ रहा है, जो इधर असीं लिखनी होंदी है वर्ब या कोई भी रिएक्ट वो कित्थों लेना होंदा प्रिंसिपल क्लॉज चों, इत्थे की लिखांगे कंप्लीमेंट टू द वर्ब वाज। क्लियर। आगे शी एग्रीड टू वॉटएवर कमल से, जो कोई कमल कहता वो सहमत हो जाती है। तो तुम ये देखो कि डब्ल्यू एच फैमिली का वर्ड आ गया, ये अपनी होगी सबऑर्डिनेट क्लॉज, इधर होगी प्रिंसिपल क्लॉज। उस तो बाद असीं देखिया कि ना तो इधर किसी नाउन या प्रोनाउन की ऑब्जेक्ट विशेषता हो रही है, ना किसी वर्ब की विशेषता हो रही है, तो बच्चों ये नाउन क्लॉज है, ये दोनों अलग अलग चीज़ें नहीं। उस तो बाद असीं ये देखिया कि इस वाक्य विच लिंकिंग वर्ड तो पहले प्रैपोजिशन आ गई, तो असीं की लिखांगे ऑब्जेक्ट टू द प्रैपोजिशन। प्रैपोजिशन की है टू, ताकि लिखता ऑब्जेक्ट टू द प्रैपोजिशन टू। क्लियर है जी। नेक्स्ट थोड़े कंपेयर करिए एडजेक्टिव के वर्ब नाल, थोड़ा टिपिकल है बट इन्ना टिपिकल भी नहीं, तुम डिफरेंशिएट करना सीख चुके हो। उस तो बाद जो लिखने ने जस्ट 7 ने जो लिखने ने इन्होंने प्लीज लर्न कर लो तुसीं कि किहड़ी चीज़ किस विच हुंदी है। जिस तरह मैं नेक्स्ट एग्जांपल ले रहा, इट इज ट्रू दैट, ये गल सच्ची है, बॉयज आर जनरली टॉलर दैन गर्ल्स, लड़के अक्सर कुड़ियां तो लम्बे होंदे ने। तो इत्थे एक गल्लां दी मैं की कर रहा उसनूं मैं कंपेयर कर लेंगे, ठीक है ना। तो पहले तो फाइंड आउट करो, दैट तो लैके गर्ल्स तक पहले बच्चों की हो गया सबऑर्डिनेट क्लॉज। क्लियर है। इसी ट्रू अपना की हो गया बच्चों प्रिंसिपल क्लॉज। तो इसमें असीं लिखांगे एपोजिशन टू द प्रोनाउन, एपोजिशन टू द प्रोनाउन, प्रोनाउन जो है इट आया, तो ये वास्ते की लिखता सी जे उन्हें नाउन आया होंगे कोई दैट तो अगे कोई नाउन या इतने कोई नाउन आया होंगे तो कहते एपोजिशन टू द नाउन, बट इतने प्रोनाउन आया तो असीं लिखा इन एपोजिशन टू द प्रोनाउन इट। नेक्स्ट सोहन लैफ्ट द मीटिंग, सोहन मीटिंग से चला गया। सेइंग ये कहता होया कि दैट ही कुडंट फॉलो, मैं फॉलो नहीं करांगा, तो पहले फाइनल ही कर लो, दैट तो लैके इस तक की हो गया अपना सबऑर्डिनेट क्लॉज। जो फ्रंट पे हो गया ये की हो गया अपना प्रिंसिपल क्लॉज, क्योंकि ना मैं इसमें बार बार कह रहा जो इधर सेंटेंस है इधर सेंटेंस की कोई ना मैल दस रहा ना डीमैल दस रहा ना कोई वर्ब की गल कर रहा है, तो पहले बच्चों ये होगी नाउन क्लॉज। उस तो बाद लिंकिंग वर्ड तो पहले इंग आया, जो भी इस तरह इंग आ जाए इन्हों कहते हैं पार्टिसिपल, इन्हों कहते हैं पार्टिसिपल। असीं लिखांगे ऑब्जेक्ट टू द पार्टिसिपल। इत्थे जिहड़ा पार्टिसिपल ऑब्जेक्ट का काम कर रहा है वो किहड़ा का शब्द सेइंग, हालांकि मीटिंग भी एक शब्द है लेकिन मीटिंग का बच्चों इंग लगी है ना, लेकिन ये मीटिंग का एक नाउन वास्ते है, ये पार्टिसिपल आया है। नेक्स्ट एग्जांपल, आई वांट टू नो, मैं जानना चाहना वाई ही स्टोल द मनी, उन्हें पैसा क्यों चोरी किया। तो इत्थे तुसीं की देख रहे हो टू ना फर्स्ट फॉर्म आ,
पहले तो आपको फाइंड आउट करो आई वांट टू नो सारा की हो गया प्रिंसिपल क्लॉज वाई तो लैके ए तक की हो गया बच्चों सबऑर्डिनेट क्लॉज क्लीयर है ਹੁਣ ਇਹਦੇ ਵਿੱਚ ਕੀ ਦੇਖਿਆ ਅਸੀਂ ਟੂ ਨਾਲ ਨੋ ਆਇਆ ਤੇ ਇਹਨੂੰ ਕੀ ਕਹਿੰਦੇ ਫਸਟ ਫਾਰਮ ਨੂੰ ਟੂ ਨਾਲ ਫਸਟ ਫਾਰਮ ਵਾਲੇ ਕੀ ਕਹਿੰਦੇ ਇੰਗਲਿਸ਼ ਚ ਇਨਫਿਨਿਟਿਵ ਕੀ ਕਹਿੰਦੇ ਨੇ ਇਨਫਿਨਿਟਿਵ ਤਾਂ ਇੱਥੇ ਇਨਫਿਨਿਟਿਵ ਆਬਜੈਕਟ ਦਾ ਕੰਮ ਕਰ ਰਿਹਾ ਤਾਂ ਕੀ ਲਿਖਾਂਗੇ ਅਸੀਂ ਆਬਜੈਕਟ ਟੂ ਦਾ ਇਨਫਿਨਿਟਿਵ ਟੂ ਨੂੰ ਸੋ ਸਟੂਡੈਂਟਸ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮੈਂ ਤਿੰਨੋਂ ਕਲੌਜ਼ ਬਾਰੇ ਨਾउन ਕਲੌਜ਼ ਐਡਜੈਕਟਿਵ ਕਲੌਜ਼ ਐਡਵਰਬ ਕਲੌਜ਼ ਦੇ ਬਾਰੇ ਪ੍ਰੋਪਰਲੀ ਜਾਣਕਾਰੀ ਦਵਾਂ ਤੇ ਮੈਂ ਹੋਪ ਕਰਦਾ ਕਿ ਤੁਹਾਨੂੰ ਬਿਲਕੁਲ ਇਹ ਕਲੀਅਰ ਹੋ ਗਏ ਹੋਣਗੇ ਬਟ ਫਿਰ ਵੀ ਇਫ ਯੂ ਹੈਵ ਐਨੀ ਡਾਊਟ ਰਿਗਾਰਡਿੰਗ ਦੀ ਕਲੌਜ਼ ਓਕੇ ਜਸਟ ਯੂ ਆਸਕ ਮੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡੇ ਡਾਊਟ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਸੋ ਇਸ ਤਰੀਕੇ ਨਾਲ ਜਿਨ੍ਹਾਂ ਬੱਚਿਆਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਓਕੇ ਥੈਂਕ ਯੂ ਕੀਪ ਵਾਚਿੰਗ ਮਾਈ YouTube ਚੈਨਲ